ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੀ YouTube ਚੈਨਲ ਹਰੀਕਾ ਜੌਬ ਅਲਰਟ ਤੇ। ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ ਇੱਕ ਮੈਂ ਭਰਤੀ ਸੰਬੰਧੀ ਤੁਹਾਨੂੰ ਟੈਲੀਗ੍ਰਾਮ ਤੇ ਅਪਡੇਟ ਪਾਈ ਸੀਗੀ ਕਿ PSRLM ਦੇ ਅੰਡਰ ਭਰਤੀ ਆ ਰਹੀ ਆ ਪੰਜਾਬ ਸਟੇਟ ਰੂਰਲ ਲਿਵਲੀਹੁੱਡ ਮਿਸ਼ਨ ਦੇ ਵਿੱਚ। ਤੇ ਇਹ ਜਿਹੜਾ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਦੇ ਅੰਡਰ ਆਉਂਦਾ, ਆਫਿਸ ਆਫ ਦਾ ਜੁਆਇੰਟ ਡਿਵੈਲਪਮੈਂਟ ਕਮਿਸ਼ਨਰ ਦੇ ਅੰਡਰ ਗਵਰਨਮੈਂਟ ਆਫ ਪੰਜਾਬ। ਹਾਲਾਂਕਿ ਜਿਹੜੀ ਭਰਤੀ ਹੈ ਇਹ ਕੰਟਰੈਕਚੁਅਲ ਬੇਸਿਸ ਤੇ ਹੁੰਦੀ ਆ। ਤੁਸੀਂ ਇੱਥੇ ਲਿਖਿਆ ਵੀ ਦੇਖ ਸਕਦੇ ਹੋ, ਬ੍ਰੈਕਟ ਦੇ ਵਿੱਚ ਇਹਨਾਂ ਨੇ ਕੰਟਰੈਕਚੁਅਲ ਪਾਇਆ, ਠੀਕ ਹੈ। ਤੇ ਇਹ ਮੈਂ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਿ ਜਿਹੜੀ ਭਰਤੀ ਇਹ ਰੈਗੂਲਰ ਨਹੀਂ ਹੁੰਦੀ ਤੇ ਰੈਗੂਲਰ ਹੋਣ ਦੇ ਜਿਹੜੇ ਆਸਾਰ ਆ ਉਹ ਵੀ ਘੱਟ ਹੁੰਦੇ, ਕਿਉਂਕਿ ਸੈਂਟਰ ਸਟੇਟ ਦੀ ਪਾਰਟਨਰਸ਼ਿਪ ਦੇ ਵਿੱਚ ਇਹ ਭਰਤੀ ਹੁੰਦੀ ਆ। ਇਹ ਮੈਂ ਗੱਲਾਂ ਤਾਂ ਦੱਸ ਰਿਹਾ ਕਿਉਂਕਿ ਇਹ ਜਾਣਨਾ ਬਹੁਤ ਜ਼ਰੂਰੀ ਹੈ ਤੁਹਾਨੂੰ, ਕਿਉਂਕਿ ਹੋ ਸਕਦਾ ਤੁਸੀਂ ਸਭ ਕੁਝ ਛੱਡ ਕੇ ਇੱਧਰ ਹੀ ਆ ਜਾਓ, ਠੀਕ ਹੈ। ਹੋ ਸਕਦਾ ਤੁਹਾਡੀ ਸਰਕਾਰੀ ਨੌਕਰੀ ਦੀ ਤਿਆਰੀ ਹੋਵੇ, ਤੁਸੀਂ ਉਹ ਛੱਡ ਕੇ ਇੱਧਰ ਇਹ ਪਲੇਟਫਾਰਮ ਚੂਜ਼ ਕਰ ਲਓ, ਤਾਂ ਜਿਹੜਾ ਇੱਕ ਟਰੈਕ ਹੈ ਉਹ ਡਾਇਵਰਟ ਹੋ ਜਾਂਦਾ, ਠੀਕ ਹੈ। ਤਾਂ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਜ਼ਰੂਰੀ ਨੇ। ਬਾਕੀ ਤੁਹਾਡੇ ਸਵਾਲ ਵੀ ਇਹਦੇ ਰਿਲੇਟਡ ਆਉਂਦੇ ਰਹਿੰਦੇ ਆ। ਤੇ ਇਹਦੇ ਸੰਬੰਧੀ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ। 22 ਨਵੰਬਰ ਤੋਂ ਅਪਲਾਈ ਹੋਣਾ ਸਟਾਰਟ ਹੋ ਚੁੱਕਿਆ, 14 ਦਸੰਬਰ 2022 ਤੱਕ ਅਪਲਾਈ ਕਰ ਸਕੋਗੇ। ਤੇ government.thapar.edu ਦੀ ਵੈਬਸਾਈਟ ਦੇ ਉੱਤੇ ਫਾਰਮ ਅਵੇਲੇਬਲ ਹੈ। ਜਨਰਲ ਕੈਟੇਗਰੀ ਦੇ ਲਈ 600 ਰੁਪਏ ਫੀਸ ਹੈ ਜੀ। SC ST ਫਿਜ਼ੀਕਲੀ ਹੈਂਡੀਕੈਪਡ ਐਕਸ ਸਰਵਿਸਮੈਨ ਦੇ ਲਈ 300 ਰੁਪਏ ਫੀਸ ਰੱਖੀ ਗਈ ਆ। ਉਸ ਤੋਂ ਇਲਾਵਾ ਅੱਗੇ ਐਲੀਜੀਬਿਲਿਟੀ ਕ੍ਰਾਈਟੇਰੀਆ ਵਗੈਰਾ ਚੈੱਕ ਕਰਾਂਗੇ। ਏਜ ਲਿਮਿਟ ਦੇਖ ਲੈਂਦੇ ਹਾਂ ਜੀ ਸਭ ਤੋਂ ਪਹਿਲਾਂ। ਤੇ ਏਜ ਲਿਮਿਟ ਹੈ ਜੀ ਜਿਹੜੀ ਤੁਹਾਡੀ 1/1/2022 ਦੇ ਅਨੁਸਾਰ 18 ਤੋਂ 55 ਸਾਲ ਤੱਕ ਹੋਣੀ ਚਾਹੀਦੀ ਆ। 1/1/2022 ਦੇ ਅਨੁਸਾਰ ਫॉर ਆਲ ਪੋਸਟਸ ਐਕਸੈਪਟ ਫॉर ਦਾ ਪੋਸਟ ਆਫ ਯੰਗ ਪ੍ਰੋਫੈਸ਼ਨਲ। ਇੱਕ YP ਦੀ ਪੋਸਟ ਹੈ ਇਹਦੇ ਵਿੱਚ ਯੰਗ ਪ੍ਰੋਫੈਸ਼ਨਲ ਦੀ, ਤਾਂ ਉਹਦੇ ਲਈ ਜਿਹੜੀ ਏਜ ਆ ਉਹ ਮੈਕਸਿਮਮ ਏਜ 35 ਸਾਲ ਦੀ ਹੈ ਯੰਗ ਪ੍ਰੋਫੈਸ਼ਨਲ ਦੇ ਲਈ, ਠੀਕ ਹੈ। ਤਾਂ ਉਹਦੇ ਲਈ ਇੱਕ ਅਲੱਗ ਤੋਂ ਇਹਨਾਂ ਨੇ ਯੰਗ ਪ੍ਰੋਫੈਸ਼ਨਲ ਪਾਲਿਸੀ ਵੀ ਜਾਰੀ ਕੀਤੀ ਹੈ ਪੰਜਾਬ ਦੀ, ਇਹਦੇ ਬਾਰੇ ਵੀ ਤੁਹਾਨੂੰ ਦੱਸ ਦਾਂਗੇ ਅੱਗੇ। ਤੇ ਉਸ ਤੋਂ ਇਲਾਵਾ ਦੋਸਤੋ ਇਸੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ DPM ਦੀ ਵੀ ਭਰਤੀ ਆਈ ਸੀ, ਡਿਸਟ੍ਰਿਕਟ ਪ੍ਰੋਗਰਾਮ ਮੈਨੇਜਰ ਦੀ 14 ਪੋਸਟਾਂ। ਉਹਦਾ ਮੈਂ ਅਲੱਗ ਤੋਂ ਸ਼ਾਇਦ ਇੱਕ ਨੋਟਿਸ ਪਾਇਆ ਸੀਗਾ, ਤੇ ਉਹ ਵੀ ਇਹਦੇ ਵਿੱਚ ਹੀ ਹੈ। ਇਹਦਾ ਫਾਰਮ ਵੀ ਤੁਸੀਂ ਇਹਦੇ ਵਿੱਚ ਹੀ ਭਰ ਸਕਦੇ ਹੋ, ਠੀਕ ਹੈ। ਇਹਦੇ ਵਿੱਚ ਹੁਣ ਪੋਸਟਾਂ ਕਿਹੜੀਆਂ ਨੇ ਮੈਂ ਤੁਹਾਨੂੰ ਇੱਕ ਵਾਰ ਦੱਸ ਦਿੰਦਾ। DPM ਦੀਆਂ 14 ਪੋਸਟਾਂ ਜੀ। ਡਿਸਟ੍ਰਿਕਟ ਪ੍ਰੋਗਰਾਮ ਮੈਨੇਜਰ ਸੈਲਰੀ ਦੀ 45,000 ਰੁਪਏ ਆ। BPM ਬਲਾਕ ਪ੍ਰੋਗਰਾਮ ਮੈਨੇਜਰ ਦੀਆਂ 53 ਪੋਸਟਾਂ 25,000 ਸੈਲਰੀ ਆ। ਤੇ ਬਲਾਕ ਪ੍ਰੋਗਰਾਮ ਮੈਨੇਜਰ ਫਾਰਮ ਲਿਵਲੀਹੁੱਡ ਦੀ 29 ਪੋਸਟਾਂ 25,000 ਸੈਲਰੀ ਆ। ਬਲਾਕ ਪ੍ਰੋਗਰਾਮ ਮੈਨੇਜਰ SVEPNF ਦੀਆਂ 2 ਪੋਸਟਾਂ 25,000 ਸੈਲਰੀ ਆ। ਡਿਸਟ੍ਰਿਕਟ MIS ਮੈਨੇਜਰ ਦੀਆਂ 14 ਪੋਸਟਾਂ 20,000 ਸੈਲਰੀ ਆ। ਕਲਸਟਰ ਕੋਆਰਡੀਨੇਟਰ ਦੀਆਂ 33 ਪੋਸਟਾਂ 18,000 ਸੈਲਰੀ ਆ। ਅਕਾਊਂਟੈਂਟ ਐਟ ਡਿਸਟ੍ਰਿਕਟਸ ਦੀ ਜਿਹੜੀ 10 ਪੋਸਟਾਂ 20,000 ਸੈਲਰੀ ਆ। ਤੇ ਯੰਗ ਪ੍ਰੋਫੈਸ਼ਨਲਸ YP ਦੀ ਜਿਹੜੀ ਆਪਾਂ ਗੱਲ ਕਰਕੇ ਹਟਿਆ 40 ਤੋਂ 55,000 ਤੱਕ ਸੈਲਰੀ ਆ। ਇਹ ਵੈਰੀ ਕਰਦੀ ਆ, ਠੀਕ ਹੈ। ਕਿ ਕਿਉਂ ਇਹ ਸੈਲਰੀ ਉੱਪਰ ਨੀਚੇ ਉਹ ਵੀ ਤੁਹਾਨੂੰ ਅੱਗੇ ਦੱਸੂਗਾ ਮੈਂ। 3 ਪੋਸਟਾਂ ਇਹਦੀਆਂ ਜੀ। ਤੇ ਆਫਿਸ ਅਸਿਸਟੈਂਟ ਸਟੇਟ ਲੈਵਲ ਤੇ ਰੱਖਣੇ ਆ 2 ਰੱਖਣੇ ਆ 20,000 ਸੈਲਰੀ ਆ। ਅਕਾਊਂਟ ਅਸਿਸਟੈਂਟ ਸਟੇਟ ਲੈਵਲ ਤੇ 1 ਰੱਖਣਾ 25,000 ਸੈਲਰੀ ਹੈ। ਤੇ MIS ਅਸਿਸਟੈਂਟ 1 ਰੱਖਣਾ ਜੀ ਸਟੇਟ ਲੈਵਲ ਤੇ 25,000 ਸੈਲਰੀ ਹੈ। ਤਾਂ ਕੈਟੇਗਰੀ ਵਾਈਜ਼ ਵੀ ਪੋਸਟਾਂ ਇੱਥੇ ਦੱਸੀਆਂ ਗਈਆਂ, ਕਿਹੜੀ ਕੈਟੇਗਰੀ ਦੀਆਂ ਕਿੰਨੀਆਂ ਪੋਸਟਾਂ, ਇਹ ਵੀ ਤੁਸੀਂ ਸਾਰੀਆਂ ਚੈੱਕ ਕਰ ਲੈਣੀਆਂ ਅਪਲਾਈ ਕਰਨ ਤੋਂ ਪਹਿਲਾਂ। ਤੇ ਅੱਗੇ ਇਹਨਾਂ ਨੇ ਸਪੈਸ਼ਲੀ ਨੋਟ ਦਿੱਤਾ, ਇੱਥੇ ਤੁਸੀਂ ਦੇਖ ਸਕਦੇ ਹੋ, ਨੇਚਰ ਆਫ ਜੌਬ ਇਜ਼ ਪਿਓਰਲੀ ਕੰਟਰੈਕਚੁਅਲ ਇਨ ਨੇਚਰ। ਜਿਹੜੀ ਜੌਬ ਦੀ ਨੇਚਰ ਹੈ ਉਹ ਪਿਓਰਲੀ ਕੰਟਰੈਕਚੁਅਲ ਹੈ ਜੀ। ਕੈਂਡੀਡੇਟ ਵਿਲ ਬੀ ਸਿਲੈਕਟਡ ਫॉर ਏ ਟੈਨਿਓਰ ਆਫ 1 ਈਅਰ, ਠੀਕ ਹੈ। ਸਭ ਤੋਂ ਪਹਿਲਾਂ ਕੈਂਡੀਡੇਟ ਨੂੰ 1 ਸਾਲ ਦੇ ਲਈ ਸਿਲੈਕਟ ਕੀਤਾ ਜਾਏਗਾ, 1 ਸਾਲ ਦੇ ਲਈ ਉਹਦੀ ਜਿਹੜੀ ਵੀ ਜੌਬ ਹੋਏਗੀ। ਉਸ ਤੋਂ ਬਾਅਦ ਐਕਸਟੈਂਡੇਬਲ ਹੈ ਇਹ ਔਨ ਈਅਰਲੀ ਬੇਸਿਸ ਡਿਪੈਂਡਿੰਗ ਅਪੋਨ ਦਾ ਪਰਫਾਰਮੈਂਸ ਆਫ ਏ ਕੈਂਡੀਡੇਟਸ, ਠੀਕ ਹੈ। ਉਹ ਤੁਹਾਡੀ ਪਰਫਾਰਮੈਂਸ ਦੇ ਆਧਾਰ ਤੇ ਤੁਹਾਨੂੰ ਅੱਗੇ ਐਕਸਟੈਂਡ ਹੁੰਦਾ ਰਹਿਣਾ, ਜੋ ਵੀ ਤੁਹਾਡਾ ਕੰਟਰੈਕਟ ਵਗੈਰਾ, ਠੀਕ ਹੈ। ਜੇ ਤੁਹਾਡੀ ਪਰਫਾਰਮੈਂਸ ਜਿਹੜੀ ਵੀਕ ਹੋਏਗੀ, ਪਰਫਾਰਮੈਂਸ ਤੁਹਾਡੀ ਗਲਤ ਹੋਏਗੀ, ਕੰਮ ਤੁਸੀਂ ਨਹੀਂ ਕਰੋਗੇ ਤਾਂ ਤੁਹਾਨੂੰ ਕੱਢ ਵੀ ਸਕਦੇ ਆ, ਠੀਕ ਹੈ। ਤਾਂ ਕੰਟਰੈਕਚੁਅਲ ਦਾ ਜਿਹੜਾ ਇਹ ਸਿਸਟਮ ਹੁੰਦਾ। ਉਸ ਤੋਂ ਬਾਅਦ ਦੋਸਤੋ ਰਿਜ਼ਰਵੇਸ਼ਨ ਪਾਲਿਸੀ ਹੈ ਜਿਹੜੀ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੈ। ਜੋ ਵੀ ਪੰਜਾਬ ਸਰਕਾਰ ਦੀ ਰਿਜ਼ਰਵੇਸ਼ਨ ਪਾਲਿਸੀ ਦੇ ਤਹਿਤ ਹਦਾਇਤਾਂ ਨੇ ਉਹਦੇ ਅਕੋਰਡਿੰਗ ਹੈ ਜੀ। ਤੇ ਉਸ ਤੋਂ ਬਾਅਦ ਜੀ ਅੱਗੇ ਇਹਦੀ ਕੁਆਲੀਫਿਕੇਸ਼ਨ ਵਗੈਰਾ ਆਪਾਂ ਚੈੱਕ ਕਰਾਂਗੇ। ਅੱਗੇ ਸਰਟੀਫਿਕੇਟਸ ਦਾ ਦੱਸਿਆ ਗਿਆ ਕਿ ਜਿਹਦੀ ਰਿਜ਼ਰਵ ਕੈਟੇਗਰੀ ਦੀ ਸਰਟੀਫਿਕੇਟ ਆ ਉਹਦੀ ਰਿਜ਼ਰਵ ਕੈਟੇਗਰੀ ਦੇ ਸਰਟੀਫਿਕੇਟ ਹੋਣੇ ਚਾਹੀਦੇ, ਕਿਹੜੀ ਅਥਾਰਟੀ ਤੋਂ ਜਿਹੜੇ ਉਹ ਬਣੇ ਹੋਣੇ ਚਾਹੀਦੇ ਆ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਜੀ ਹੁਣ ਸਭ ਤੋਂ ਪਹਿਲਾਂ ਕੁਆਲੀਫਿਕੇਸ਼ਨ ਦੇ ਵਿੱਚ DPM ਦੀ ਪੋਸਟ ਦੇਖ ਲੈਂਦੇ ਆਪਾਂ। ਡਿਸਟ੍ਰਿਕਟ ਪ੍ਰੋਗਰਾਮ ਮੈਨੇਜਰ, ਇਹਦੇ ਲਈ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਫਸਟ ਡਿਵੀਜ਼ਨ ਦੇ ਵਿੱਚ, ਠੀਕ ਹੈ। ਪ੍ਰੈਫਰ ਕੀਤਾ ਜਾਏਗਾ ਜੇਕਰ ਤੁਸੀਂ ਰੂਰਲ ਡਿਵੈਲਪਮੈਂਟ ਮੈਨੇਜਮੈਂਟ, ਬਿਜ਼ਨਸ ਐਡਮਿਨਿਸਟ੍ਰੇਸ਼ਨ, ਐਗਰੀ ਬਿਜ਼ਨਸ ਮੈਨੇਜਮੈਂਟ, ਸੋਸ਼ਲ ਵਰਕ, sociology, economics, agriculture and allied disciplines like horticulture, floriculture, veterinary science, allied discipline like dairy, poultry, sheep breeding, piggery, etc. ਠੀਕ ਹੈ। ਪੋਸਟ ਗ੍ਰੈਜੂਏਸ਼ਨ ਤੁਸੀਂ ਫਸਟ ਡਿਵੀਜ਼ਨ ਦੇ ਵਿੱਚ ਕੀਤੀ ਹੋਵੇ। ਪ੍ਰੈਫਰ ਕੀਤਾ ਜਾਏਗਾ ਜੇਕਰ ਤੁਸੀਂ ਇਹਨਾਂ ਸਟਰੀਮਸ ਦੇ ਵਿੱਚੋਂ ਕਿਸੇ ਵੀ ਇੱਕ ਸਟਰੀਮ ਦੇ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਆ।
ਤੇ ਕੈਂਡੀਡੇਟ ਕੋਲ ਐਟਲੀਸਟ 5 ਸਾਲ ਦਾ ਤਜਰਬਾ ਹੋਣਾ ਚਾਹੀਦਾ, ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਹੋਣਾ ਚਾਹੀਦਾ ਇਨ ਦਾ ਇੰਪਲੀਮੈਂਟੇਸ਼ਨ ਆਫ ਰੂਰਲ ਡਿਵੈਲਪਮੈਂਟ ਪ੍ਰੋਗਰਾਮਸ। ਉਸ ਤੋਂ ਬਾਅਦ ਹੈ ਜੀ ਡਿਜ਼ਾਇਰੇਬਲ, ਅੱਗੇ ਕਿ ਜੇਕਰ ਤੁਹਾਡੇ ਕੋਲ ਇਹ ਚੀਜ਼ਾਂ ਹੋਣਗੀਆਂ ਤੁਹਾਨੂੰ ਪ੍ਰੈਫਰ ਕੀਤਾ ਜਾਏਗਾ, ਤੁਹਾਡੇ ਨੰਬਰ ਵਧੀਆ ਲੱਗਣਗੇ ਇੰਟਰਵਿਊ ਵਗੈਰਾ ਦੇ ਵਿੱਚ, ਠੀਕ ਹੈ। ਐਕਸਪੀਰੀਅੰਸ ਆਫ ਸਕਸੈਸਫੁਲੀ ਲੀਡਿੰਗ ਲਾਰਜ ਟੀਮ ਐਂਡ ਮਲਟੀ ਡਿਸਪਲਿਨਰੀ ਟੀਮ ਐਜ਼ ਵੈਲ ਐਜ਼ ਐਗਜ਼ੀਕਿਊਟਿੰਗ ਲਿਵਲੀਹੁਡਸ ਸੈਲਫ ਹੈਲਪ ਗਰੁੱਪਸ ਐਂਡ ਰੂਰਲ ਡਿਵੈਲਪਮੈਂਟ ਪ੍ਰੋਗਰਾਮਸ ਵਿਦ ਡੈਮੋਸਟ੍ਰੇਸ਼ਨ, ਠੀਕ ਹੈ ਜੀ। ਤਾਂ ਇਹ ਡਿਸਟ੍ਰਿਕਟ ਲੈਵਲ ਤੇ ਪੋਸਟ ਹੁੰਦੀ ਹੈ, ਪੂਰਾ ਡਿਸਟ੍ਰਿਕਟ ਦਾ ਕੰਮ ਜਿਹੜਾ DPM ਦੇਖਦਾ ਹੁੰਦਾ, ਤਾਂ ਕਰਕੇ ਵਧੀਆ ਲੈਵਲ ਦੀ ਇਹ ਪੋਸਟ ਹੈ। ਅੱਗੇ ਆ ਜਾਂਦਾ ਜੀ ਬਲਾਕ ਪ੍ਰੋਗਰਾਮ ਮੈਨੇਜਰ, ਬਲਾਕ ਲੈਵਲ ਤੇ ਜਿਹੜੇ ਰੱਖੇ ਜਾਂਦੇ ਆ, BPM ਕਹਿੰਦੇ ਨੂੰ। ਤੇ ਇਹਦੇ ਲਈ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ, ਫਸਟ ਡਿਵੀਜ਼ਨ ਦੇ ਵਿੱਚ ਕੀਤੀ ਹੋਵੇ ਜੀ। ਤੇ ਡਿਜ਼ਾਇਰੇਬਲ ਹੈ ਕਿ ਜੇਕਰ ਤੁਹਾਡੀ ਪੋਸਟ ਗ੍ਰੈਜੂਏਸ਼ਨ ਆ ਜਿਹੜੀ ਉਹ ਇਹਨਾਂ ਫੀਲਡਸ ਦੇ ਵਿੱਚ ਕੀਤੀ ਹੋਗੀ, ਜਿਹੜੀਆਂ ਤਮਾਮ ਫੀਲਡਸ ਲਿਖੀਆਂ ਨੇ, ਰੂਰਲ ਡਿਵੈਲਪਮੈਂਟ, ਮੈਨੇਜਮੈਂਟ ਐਟਸੈਕਟਰਾ, ਠੀਕ ਹੈ। ਤਾਂ ਤੁਹਾਨੂੰ 2 ਨੰਬਰ ਜਿਹੜੇ ਮਿਲਣਗੇ ਇੰਟਰਵਿਊ ਦੇ ਟਾਈਮ, ਠੀਕ ਹੈ। ਇੰਟਰਵਿਊ ਦੇ ਵਿੱਚ ਰੱਖੀ ਗਈ ਆ 10 ਨੰਬਰ ਦੀ, ਤਾਂ ਉਹਦੇ 'ਚੋਂ ਤੁਹਾਨੂੰ 2 ਨੰਬਰ ਮਿਲਣਗੇ ਜੇਕਰ ਤੁਹਾਡੀ ਪੋਸਟ ਗ੍ਰੈਜੂਏਸ਼ਨ ਇਹਨਾਂ ਕਿਸੇ ਵੀ ਫੀਲਡ ਦੇ ਵਿੱਚ ਕੀਤੀ ਹੋਈ ਆ, ਠੀਕ ਹੈ ਜੀ। ਉਸ ਤੋਂ ਬਾਅਦ 2 ਸਾਲ ਦਾ ਤੁਹਾਡਾ ਪੋਸਟ ਕੁਆਲੀਫਿਕੇਸ਼ਨ ਰੈਲੀਵੈਂਟ ਵਰਕ ਐਕਸਪੀਰੀਅੰਸ ਜਿਹੜਾ ਕਮਿਊਨਿਟੀ ਇੰਸਟੀਟਿਊਸ਼ਨ ਦੇ ਵਿੱਚ ਹੋਣਾ ਚਾਹੀਦਾ, ਦੇਅਰ ਫੈਡਰੇਸ਼ਨ ਐਂਡ ਪ੍ਰੋਡਿਊਸਰ ਗਰੁੱਪਸ ਔਨ ਲਿਵਲੀਹੁਡ ਇਸ਼ੂਜ਼, ਠੀਕ ਹੈ। ਤਾਂ 2 ਸਾਲ ਦਾ ਤੁਹਾਡੇ ਕੋਲ ਤਜਰਬਾ ਹੋਣਾ ਚਾਹੀਦਾ, ਠੀਕ ਹੈ, ਇਸ ਫੀਲਡ ਦਾ, ਲਿਵਲੀਹੁਡ ਦਾ, ਠੀਕ ਹੈ। ਤੁਸੀਂ ਗਰੀਬਾਂ ਦੇ ਲਈ ਕੋਈ ਵੀ ਕੰਮ ਕੀਤਾ ਹੋਵੇ, ਕਿਸੇ ਵੀ NGO ਦੇ ਤਹਿਤ ਕੀਤਾ ਹੋਵੇ, ਜਾਂ ਕੋਈ ਆਪਣੇ ਲੈਵਲ ਤੇ ਕੀਤਾ ਹੋਵੇ, ਜਾਂ ਕਿਸੇ ਇੰਸਟੀਟਿਊਸ਼ਨ ਦੇ ਤਹਿਤ ਕੀਤਾ ਹੋਵੇ, ਤਾਂ ਉਹ ਚੀਜ਼ਾਂ ਹੁੰਦੀਆਂ ਇਹਦੇ ਵਿੱਚ, ਉਹ ਐਕਸਪੀਰੀਅੰਸ ਜਿਹੜਾ ਉਹ ਵੈਲਿਡ ਮੰਨਿਆ ਜਾਂਦਾ। ਉਸ ਤੋਂ ਬਾਅਦ ਜੀ ਅੱਗੇ ਆ ਜਾਂਦੀ ਅਪਲਾਈ, ਤੁਸੀਂ ਵਿਦਆਊਟ ਐਕਸਪੀਰੀਅੰਸ ਵੀ ਇਹਦੇ 'ਚ ਕਰ ਸਕਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ। ਬਟ ਉਹਦਾ ਇਹ ਹੈ ਕਿ ਤੁਹਾਨੂੰ ਕਿਉਂਕਿ 10 ਨੰਬਰ ਇਹਨਾਂ ਨੇ ਐਕਸਪੀਰੀਅੰਸ ਦੇ ਰੱਖੇ ਆ, ਠੀਕ ਹੈ ਜੀ। ਜਿਹੜਾ ਸਿਲੈਕਸ਼ਨ ਕ੍ਰਾਈਟੇਰੀਆ ਦੇ ਵਿੱਚ 10 ਨੰਬਰ ਰੱਖੇ ਆ, ਜੇ ਤੁਸੀਂ ਵਿਦਆਊਟ ਐਕਸਪੀਰੀਅੰਸ ਅਪਲਾਈ ਕਰੋਗੇ ਤਾਂ ਤੁਹਾਨੂੰ ਉਹਦਾ ਨੁਕਸਾਨ ਹੀ ਹੋਣਾ 10 ਨੰਬਰ ਦਾ, ਠੀਕ ਹੈ। ਤੇ ਜਿਹਦੇ ਕੋਲ ਐਕਸਪੀਰੀਅੰਸ ਹੈਗਾ ਉਹ ਐਕਸਪੀਰੀਅੰਸ ਬੇਸ ਤੇ ਅਪਲਾਈ ਕਰਨਗੇ ਤਾਂ ਉਹਨਾਂ ਨੂੰ ਇਹਦਾ ਬੈਨੀਫਿਟ ਮਿਲ ਜਾਣਾ 10 ਮਾਰਕਸ ਦਾ। ਉਸ ਤੋਂ ਬਾਅਦ ਜੀ BPM ਜਿਹੜੇ ਫਾਰਮ ਲਿਵਲੀਹੁਡ ਤੇ ਰੱਖਣੇ ਆ, ਇਹਨਾਂ ਨੇ ਪੋਸਟ ਗ੍ਰੈਜੂਏਸ਼ਨ ਐਗਰੀਕਲਚਰ ਜਾਂ ਐਨੀਮਲ ਹਸਬੈਂਡਰੀ ਦੇ ਵਿੱਚ ਕੀਤੀ ਹੋਵੇ, 2 ਸਾਲ ਦਾ ਰੈਲੀਵੈਂਟ ਵਰਕ ਐਕਸਪੀਰੀਅੰਸ ਹੋਵੇ। ਉਸ ਤੋਂ ਬਾਅਦ ਜੀ BPM SVP ਰੱਖਣੇ ਆ ਜਿਹੜੇ ਇਹਨਾਂ ਲਈ ਗ੍ਰੈਜੂਏਸ਼ਨ ਕੀਤੀ ਹੋਵੇ ਫਸਟ ਡਿਵੀਜ਼ਨ ਦੇ ਵਿੱਚ, ਤੇ ਮੈਥਮੈਟਿਕਸ ਕੀਤਾ ਹੋਵੇ +2 ਤੱਕ, ਤੇ ਪੋਸਟ ਗ੍ਰੈਜੂਏਸ਼ਨ ਜਿਹੜੀ ਕੀਤੀ ਹੋਵੇ ਮੈਨੇਜਮੈਂਟ ਕਮਰਸ ਇੰਜੀਨੀਅਰਿੰਗ ਬੈਕਗਰਾਊਂਡ ਸ਼ੈਲ ਬੀ ਗਿਵਨ ਅਪ ਟੂ 2 ਮਾਰਕਸ ਐਟ ਦਾ ਟਾਈਮ ਆਫ ਇੰਟਰਵਿਊ। ਜਿਵੇਂ ਪੋਸਟ ਗ੍ਰੈਜੂਏਸ਼ਨ ਜਾਂ ਗ੍ਰੈਜੂਏਸ਼ਨ ਮੈਨੇਜਮੈਂਟ ਕਮਰਸ ਜਾਂ ਇੰਜੀਨੀਅਰਿੰਗ ਦੇ ਵਿੱਚ ਕੀਤੀ ਤਾਂ ਉਹਨੂੰ 2 ਨੰਬਰ ਦਿੱਤੇ ਜਾਣਗੇ। 2 ਈਅਰ ਪੋਸਟ ਕੁਆਲੀਫਿਕੇਸ਼ਨ ਆਫ ਰੈਲੀਵੈਂਟ ਵਰਕ ਐਕਸਪੀਰੀਅੰਸ ਇਹਨਾਂ ਕੋਲ ਹੋਣਾ ਚਾਹੀਦਾ। ਉਸ ਤੋਂ ਬਾਅਦ ਆ ਜਾਂਦਾ ਜੀ ਤੁਹਾਡੇ ਡਿਸਟ੍ਰਿਕਟ MIS ਮੈਨੇਜਰ। ਇਹਦੇ ਲਈ ਤੁਸੀਂ ਕੰਪਿਊਟਰ ਸਾਇੰਸ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਵੇ, ਜਿਵੇਂ BCA, BSc IT, MCA, BE, BTech, ਠੀਕ ਹੈ ਜੀ। ਉਸ ਤੋਂ ਬਾਅਦ ਜੇਕਰ ਤੁਸੀਂ BCom ਕੀਤੀ ਹੈ ਵਿਦ PGDCA ਤਾਂ ਵੀ ਐਲੀਜੀਬਲ ਹੋ। ਜੇਕਰ ਤੁਸੀਂ ਪੋਸਟ ਗ੍ਰੈਜੂਏਸ਼ਨ ਕਿਸੇ ਵੀ ਸਟਰੀਮ ਦੇ ਵਿੱਚ ਕੀਤੀ ਹੈ ਤੇ ਨਾਲ ਉਹਦੇ PGDCA ਕੀਤੀ ਹੈ ਤਾਂ ਵੀ ਤੁਸੀਂ ਐਲੀਜੀਬਲ ਹੋ। ਤੇ ਤੁਸੀਂ ਕੁਆਲੀਫਾਈ ਕਰਨਾ, ਇੱਕ ਟਾਈਪਿੰਗ ਟੈਸਟ ਹੋਏਗਾ ਪੰਜਾਬੀ ਤੇ ਅੰਗਰੇਜ਼ੀ ਦਾ 30 ਸ਼ਬਦ ਪ੍ਰਤੀ ਮਿੰਟ ਦਾ, ਉਹ ਕਰਨਾ ਜ਼ਰੂਰੀ ਆ। ਤੇ ਐਟਲੀਸਟ ਡਿਜ਼ਾਇਰੇਬਲ ਹੈ ਕਿ ਐਟਲੀਸਟ 3 ਸਾਲ ਦਾ ਵਰਕ ਐਕਸਪੀਰੀਅੰਸ ਹੋਏਗਾ ਤੁਹਾਡਾ MIS ਦੇ ਵਿੱਚ, ਤਾਂ ਤੁਹਾਨੂੰ ਜਿਹੜਾ ਉਹਦੇ ਮਾਰਕਸ ਮਿਲਣਗੇ ਐਕਸਟਰਾ। ਤੇ ਉਸ ਤੋਂ ਬਾਅਦ ਕਲਸਟਰ ਕੋਆਰਡੀਨੇਟਰ ਦੀ ਪੋਸਟ ਹੈ ਜੀ, ਗ੍ਰੈਜੂਏਸ਼ਨ ਤੁਸੀਂ ਕੀਤੀ ਹੋਵੇ ਕਿਸੇ ਵੀ ਸਟਰੀਮ ਦੇ ਵਿੱਚ, ਠੀਕ ਹੈ, ਜਾਂ ਫਿਰ ਜੇਕਰ ਤੁਸੀਂ +2 ਕੀਤੀ ਹੈ ਵਿਦ ਕਮਿਊਨਿਟੀ ਦੇ ਨਾਲ ਤਾਂ ਵੀ ਤੁਸੀਂ ਐਲੀਜੀਬਲ ਹੋ। ਕਮਿਊਨਿਟੀ ਕੈਡਰ ਆਲਰੇਡੀ ਵਰਕਿੰਗ ਇਨ PSRLM, ਠੀਕ ਹੈ ਜੀ, ਤਾਂ ਵੀ ਤੁਸੀਂ ਐਲੀਜੀਬਲ ਹੋ। ਤੇ ਜੇਕਰ ਤੁਸੀਂ ਸਿੰਪਲ ਗ੍ਰੈਜੂਏਸ਼ਨ BA ਕੀਤੀ ਆ ਕਿਸੇ ਵੀ ਸਟਰੀਮ ਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਕੀਤੀ ਆ ਤਾਂ ਵੀ ਐਲੀਜੀਬਲ ਹੋ। ਤੇ ਡਿਜ਼ਾਇਰੇਬਲ ਹੈ ਕਿ ਤੁਹਾਡਾ ਜਿਹੜਾ ਵਰਕ ਐਕਸਪੀਰੀਅੰਸ ਆ ਉਹ ਇਹਨਾਂ ਫੀਲਡਸ ਦੇ ਵਿੱਚ ਹੋਣਾ ਚਾਹੀਦਾ ਜਿੰਨੀਆਂ ਵੀ ਇਹਨਾਂ ਨੇ ਲਿਖੀਆਂ। ਜੇਕਰ ਤੁਸੀਂ ਗ੍ਰੈਜੂਏਸ਼ਨ ਇਹਨਾਂ ਫੀਲਡਸ ਦੇ ਵਿੱਚ ਕੀਤਾ 2 ਨੰਬਰ ਤੁਹਾਨੂੰ ਐਕਸਟਰਾ ਦਿੱਤੇ ਜਾਣਗੇ। ਤੇ ਐਟਲੀਸਟ 1 ਈਅਰ ਦਾ ਐਕਸਪੀਰੀਅੰਸ ਤੁਹਾਡਾ ਹੋਣਾ ਚਾਹੀਦਾ ਸੋਸ਼ਲ ਮੋਬਿਲਾਈਜੇਸ਼ਨ, ਇੰਸਟੀਟਿਊਸ਼ਨਲ ਬਿਲਡਿੰਗ, ਕੈਪੈਸਿਟੀ ਬਿਲਡਿੰਗ ਦੇ ਵਿੱਚ। ਅੱਗੇ ਆ ਜਾਂਦੀ ਜੀ ਅਕਾਊਂਟੈਂਟ ਦੀ ਪੋਸਟ ਗ੍ਰੈਜੂਏਸ਼ਨ ਤੁਸੀਂ ਕਮਰਸ ਦੇ ਵਿੱਚ ਕੀਤੀ ਹੋਵੇ ਜਾਂ CA ਕੀਤੀ ਹੋਵੇ, ਐਟਲੀਸਟ 3 ਇਅਰਸ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਡਾ ਫਾਈਨਾਂਸ ਔਰ ਆਡਿਟਿੰਗ ਦੇ ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ ਜੀ ਯੰਗ ਪ੍ਰੋਫੈਸ਼ਨਲ YP ਦੀ ਪੋਸਟ ਹੈ, 35 ਸਾਲ ਦੀ ਮੈਕਸਿਮਮ ਏਜ ਲਿਮਿਟ ਹੈ। ਕੈਂਡੀਡੇਟ ਵਿਦ ਗ੍ਰੈਜੂਏਟ ਡਿਪਲੋਮਾ ਡਿਗਰੀ ਔਰ ਮਾਸਟਰਸ ਇਨ ਰੂਰਲ ਡਿਵੈਲਪਮੈਂਟ, ਬਿਜ਼ਨਸ ਮੈਨੇਜਮੈਂਟ, ਸੋਸ਼ਲ ਵਰਕ, ਸੋਸ਼ਲ ਸਾਇੰਸ, ਫੋਰੈਸਟਰੀ ਐਟਸੈਟਰਾ, ਠੀਕ ਹੈ। ਤਾਂ ਇਹ ਕੈਂਡੀਡੇਟ 'ਚ ਅਪਲਾਈ ਕਰ ਸਕਦੇ ਆ। ਤੇ ਕੈਂਡੀਡੇਟ ਵਿਦ ਰਿਲੇਟਡ ਵਰਕ ਐਕਸਪੀਰੀਅੰਸ ਵਿਲ ਆਲਸੋ ਵੀ ਐਲੀਜੀਬਲ, ਤੇ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਆ ਉਹ 4 ਸਾਲ ਤੋਂ ਵੱਧ ਨਹੀਂ ਹੋਣਾ ਚਾਹੀਦਾ। ਤੇ ਇਹਦੀ YP ਪਾਲਿਸੀ ਇੱਕ ਅੱਗੇ ਹੈਗੀ ਆ, ਅਟੈਚ ਕੀਤੀ ਆ, ਮੈਂ ਤੁਹਾਨੂੰ ਲਿੰਕ ਦੇ ਦਾਂਗਾ ਡਿਸਕ੍ਰਿਪਸ਼ਨ 'ਤੇ, ਤੁਸੀਂ ਪੜ੍ਹ ਲੈਣਾ। ਤੇ ਉਸ ਤੋਂ ਬਾਅਦ ਆ ਜਾਂਦੇ ਜੀ ਤੁਹਾਡੇ ਆਫਿਸ ਅਸਿਸਟੈਂਟ ਸਟੇਟ ਲੈਵਲ ਤੇ, ਗ੍ਰੈਜੂਏਸ਼ਨ ਤੁਸੀਂ ਕੀਤੀ ਹੋਵੇ ਇਨ ਐਨੀ ਸਟਰੀਮ ਵਿਦ ਫਸਟ ਡਿਵੀਜ਼ਨ। ਤੇ ਉਸ ਤੋਂ ਬਾਅਦ ਜੀ O ਲੈਵਲ ਦਾ ਤੁਹਾਡੇ ਕੋਲ ਕੰਪਿਊਟਰ ਕੋਰਸ ਦਾ ਸਰਟੀਫਿਕੇਟ ਜਿਹੜਾ ਹੋਣਾ ਚਾਹੀਦਾ, ਤੇ ਇਹ DOAC ਤੋਂ ਹੋਵੇ ਤੁਹਾਡਾ O ਲੈਵਲ ਦਾ ਸਰਟੀਫਿਕੇਟ। ਤੇ ਜਾਂ ਫਿਰ ਤੁਸੀਂ 1 ਈਅਰ ਕੰਪਿਊਟਰ ਕੋਰਸ ਕੀਤਾ ਹੋਵੇ ਕਿਸੇ ਵੀ ਰਿਪਿਊਟਡ ਇੰਸਟੀਟਿਊਸ਼ਨ ਤੋਂ। ਤੇ ਤੁਹਾਡੇ ਕੋਲ ਟਾਈਪਿੰਗ ਟੈਸਟ ਜਿਹੜਾ ਹੋਣਾ ਚਾਹੀਦਾ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਹੋਵੇ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ। ਤੇ ਜੇਕਰ ਕਿਸੇ ਨੇ ਗ੍ਰੈਜੂਏਸ਼ਨ ਕੰਪਿਊਟਰ ਸਾਇੰਸ ਦੇ ਵਿੱਚ BC MCA ਕੀਤੀ ਹੈ
ਤਾਂ 2 ਮਾਰਕਸ ਤੁਹਾਨੂੰ ਦਿੱਤੇ ਜਾਣਗੇ। ਤੇ ਅੱਗੇ ਜੀ ਅਕਾਊਂਟੈਂਟ ਅਸਿਸਟੈਂਟ ਰੱਖਣੇ ਜੀ ਸਟੇਟ ਲੈਵਲ ਤੇ, ਪੋਸਟ ਗ੍ਰੈਜੂਏਸ਼ਨ ਇਨ ਕਮਰਸ ਜਾਂ CA ਕੀਤੀ ਹੋਵੇ, 3 ਸਾਲ ਦਾ ਐਕਸਪੀਰੀਅੰਸ ਹੋਵੇ। ਠੀਕ ਹੈ, ਇਹ ਜਿੱਥੇ ਡਿਜ਼ਾਇਰੇਬਲ ਵਰਡ ਆ ਗਿਆ ਨਾ ਤਾਂ ਇਹ ਅਸੈਂਸ਼ੀਅਲ ਨਹੀਂ ਹੁੰਦਾ। ਠੀਕ ਹੈ, ਡਿਜ਼ਾਇਰੇਬਲ ਹੁੰਦਾ ਕਿ ਜੇਕਰ ਤੁਹਾਡੇ ਕੋਲ ਹੈ ਤਾਂ ਵੀ ਠੀਕ ਹੈ, ਜੇ ਨਹੀਂ ਵੀ ਹੈਗਾ ਤਾਂ ਵਿਦਆਊਟ ਐਕਸਪੀਰੀਅੰਸ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜਿੱਥੇ ਡਿਜ਼ਾਇਰੇਬਲ ਦੇ ਵਿੱਚ ਐਕਸਪੀਰੀਅੰਸ ਲਿਖਿਆ। ਬਟ ਮੇਰਾ ਜਿਹੜਾ ਤੁਹਾਨੂੰ ਸੁਜੈਸ਼ਨ ਇਹੀ ਆ ਕਿ ਜੇ ਤੁਸੀਂ ਵਿਦਆਊਟ ਐਕਸਪੀਰੀਅੰਸ ਅਪਲਾਈ ਕਰੋਗੇ ਤਾਂ ਤੁਸੀਂ ਦੌੜ 'ਚੋਂ ਪਿੱਛੇ ਰਹਿ ਜਾਓਗੇ। ਠੀਕ ਹੈ, ਕਿਉਂਕਿ ਆਲਰੇਡੀ ਐਕਸਪੀਰੀਅੰਸ ਵਾਲੇ ਬੰਦੇ ਹੁੰਦੇ ਆ, ਉਹ ਐਜ ਲੈ ਜਾਂਦੇ ਐਕਸਪੀਰੀਅੰਸ ਨਾਲ, ਕਿਉਂਕਿ 10 ਨੰਬਰ ਬਹੁਤ ਹੁੰਦੇ ਆ। 10 ਦੇ ਵਿੱਚ ਜਿਹਨਾਂ ਦੇ 6 ਵੀ ਲੱਗਦੇ, 8 ਵੀ ਲੱਗਦੇ ਆ, ਤਾਂ ਉਹਨਾਂ ਨੂੰ ਬੈਨੀਫਿਟ ਜਿਹੜਾ ਹੋ ਜਾਂਦਾ। ਉਸ ਤੋਂ ਬਾਅਦ ਜੀ MIS ਅਸਿਸਟੈਂਟ ਸਟੇਟ ਲੈਵਲ ਤੇ ਜਿਹੜੇ ਰੱਖਣੇ, ਇਹਦੇ ਲਈ ਵੀ ਤੁਸੀਂ ਕੰਪਿਊਟਰ ਦੀ ਕੋਈ ਵੀ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਕੰਪਿਊਟਰ ਦੇ ਵਿੱਚ, ਤੇ ਜਾਂ BCom PGDCA ਕੀਤੀ ਹੋਵੇ, ਜਾਂ ਪੋਸਟ ਗ੍ਰੈਜੂਏਸ਼ਨ ਸਿੰਪਲ ਕੀਤੀ ਹੈ, MA ਕੀਤੀ ਹੈ, ਤੇ ਨਾਲ PGDCA ਕੀਤੀ ਆ ਤਾਂ ਤੁਸੀਂ ਐਲੀਜੀਬਲ ਹੋ। ਟਾਈਪਿੰਗ ਟੈਸਟ ਹੋਣਾ ਜੀ, ਪੰਜਾਬੀ ਅੰਗਰੇਜ਼ੀ 30 ਸ਼ਬਦ ਪ੍ਰਤੀ ਮਿੰਟ ਆ ਜੀ, ਤੇ ਡਿਜ਼ਾਇਰੇਬਲ ਹੈ ਕਿ 3 ਸਾਲ ਦਾ ਵਰਕ ਐਕਸਪੀਰੀਅੰਸ ਹੋਵੇ MIS ਦੇ ਵਿੱਚ। ਠੀਕ ਹੈ ਜੀ, ਤਾਂ ਆਨਲਾਈਨ ਤੁਸੀਂ ਅਪਲਾਈ ਕਰਨਾ ਇਹਨਾਂ ਸਾਰੀਆਂ ਪੋਸਟਾਂ ਦੇ ਲਈ। ਤੇ ਉਸ ਤੋਂ ਬਾਅਦ ਜੀ 10ਵੀਂ ਦੇ ਵਿੱਚ ਪੰਜਾਬੀ ਪਾਸ ਹੋਣਾ ਜ਼ਰੂਰੀ ਆ ਸਾਰੀਆਂ ਪੋਸਟਾਂ ਦੇ ਲਈ। ਆਨਲਾਈਨ ਅਪਲਾਈ ਕਰਨਾ, ਆਨਲਾਈਨ ਹੀ ਫੀਸ ਭਰੀ ਜਾਣੀ ਆ। ਤੇ ਉਸ ਤੋਂ ਬਾਅਦ ਜੀ ਇਹਨਾਂ ਨੇ ਅੱਗੇ ਵੀ ਦੱਸਿਆ ਕਿ ਸਕਿੱਲ ਟੈਸਟ ਵਗੈਰਾ ਵੀ ਹੋਏਗਾ ਜਿਹੜੇ ਵੀ ਕੈਂਡੀਡੇਟ ਹੈਗਾ। ਮੋਡ ਆਫ ਸਿਲੈਕਸ਼ਨ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਿਲੈਕਸ਼ਨ ਆ ਜਿਹੜੀ ਸਾਰੀਆਂ ਪੋਸਟਾਂ ਦੀ, ਉਹਦੇ ਲਈ 80 ਨੰਬਰ ਦਾ ਜਿਹੜਾ ਰਿਟਨ ਟੈਸਟ ਹੋਏਗਾ। ਠੀਕ ਹੈ, ਤੇ ਉਸ ਤੋਂ ਬਾਅਦ ਜੀ ਤੁਹਾਡਾ 10 ਨੰਬਰ ਦਾ 10 ਮਾਰਕਸ ਜਿਹੜੇ ਵਰਕ ਐਕਸਪੀਰੀਅੰਸ ਦੇ ਰੱਖੇ ਗਏ ਆ, ਤੇ 10 ਨੰਬਰ ਦੀ ਜਿਹੜੀ ਇੰਟਰਵਿਊ ਰੱਖੀ ਗਈ ਆ। ਇੰਟਰਵਿਊ ਦੇ ਵਿੱਚ 8+2 ਦਾ ਫਾਰਮੂਲਾ, 2 ਨੰਬਰ ਆ ਜਿਹੜੇ ਮਾਰਕਸ ਫॉर ਡਿਜ਼ਾਇਰੇਬਲ ਕੁਆਲੀਫਿਕੇਸ਼ਨ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਾਂ ਕਿ ਜੇਕਰ ਤੁਹਾਡੀ ਕੁਆਲੀਫਿਕੇਸ਼ਨ ਉਹਨਾਂ ਸਟਰੀਮ ਦੇ ਵਿੱਚ ਹੈਗੀ ਆ ਤਾਂ ਤੁਹਾਨੂੰ 2 ਨੰਬਰ ਉਹਦੇ ਮਿਲਣਗੇ। ਠੀਕ ਹੈ, ਬਾਕੀ 8 ਤੁਹਾਡੇ ਇੰਟਰਵਿਊ ਦੇ ਉਹ ਰਹਿ ਜਾਣਗੇ। ਤਾਂ ਇਦਾਂ ਜਿਹੜਾ ਇਹ ਸਿਲੈਕਸ਼ਨ ਕ੍ਰਾਈਟੇਰੀਆ ਪੂਰਾ 100 ਦੇ ਵਿੱਚੋਂ ਜਿਹੜੀ ਤੁਹਾਡੀ ਮੈਰਿਟ ਇਹ ਬਣਨੀ ਹੈ। ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦੱਸਿਆ ਕਿ ਸਪੋਰਟਸ ਦਾ ਉਹ ਸਪੋਰਟਸ ਗ੍ਰੇਡੇਸ਼ਨ ਦੇ ਹਿਸਾਬ ਨਾਲ। ਤੇ ਉਸ ਤੋਂ ਬਾਅਦ ਜੀ ਡਿਸਟ੍ਰਿਕਟ MIS ਮੈਨੇਜਰ, ਆਫਿਸ ਅਸਿਸਟੈਂਟ, MIS ਅਸਿਸਟੈਂਟ, ਤਾਂ ਇਹਨਾਂ ਦੇ ਲਈ ਇੱਕ ਟਾਈਪਿੰਗ ਟੈਸਟ ਹੋਏਗਾ ਜੀ ਕੰਪਿਊਟਰ ਤੇ। ਤਾਂ 5 ਗੁਣਾ ਕੈਂਡੀਡੇਟ ਆ ਜਿਹੜੇ ਜਿੰਨੀਆਂ ਵੀ ਪੋਸਟਾਂ ਦੇ ਹਿਸਾਬ ਨਾਲ ਸ਼ਾਰਟਲਿਸਟ ਕੀਤੇ ਜਾਣਗੇ ਪੰਜਾਬੀ ਤੇ ਅੰਗਰੇਜ਼ੀ ਟਾਈਪਿੰਗ ਟੈਸਟ ਦੇ ਲਈ, ਇਹਨਾਂ 3 ਤਰ੍ਹਾਂ ਦੀਆਂ ਪੋਸਟਾਂ ਦੇ ਲਈ। ਤੇ ਇਹ ਤੁਸੀਂ ਕਲੀਅਰ ਕਰਨਾ ਜ਼ਰੂਰੀ ਹੈ ਜੀ। 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਹੋਏਗੀ, 8% ਮਿਸਟੇਕਸ ਜਿਹੜੀਆਂ ਪਰਮਿਸਿਬਲ ਹੋਣਗੀਆਂ। ਸਟਰਕਚਰ ਆ ਜਿਹੜਾ ਰਿਟਨ ਐਗਜ਼ਾਮ ਦਾ ਉਹ ਬਾਅਦ ਦੇ ਵਿੱਚ ਵੈਬਸਾਈਟ ਤੇ ਆ ਜਾਏਗਾ, ਜਦੋਂ ਵੀ ਤਿਆਰ ਹੁੰਦਾ ਤੁਹਾਡੇ ਤੱਕ ਜ਼ਰੂਰ ਲੈ ਕੇ ਆਵਾਂਗੇ। ਤੇ ਨੋਟੀਫਿਕੇਸ਼ਨ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਤੇ ਮਿਲ ਜਾਣਾ। ਮੇਰਾ ਖਿਆਲ ਪੂਰਾ ਤੁਹਾਨੂੰ ਸਮਝ ਆ ਗਿਆ ਹੋਣਾ। ਜੇ ਨਹੀਂ ਕੁਝ ਪਤਾ ਲੱਗ ਰਿਹਾ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰੋ, ਪੂਰੀ ਸਹਾਇਤਾ ਕਰਾਂਗੇ। ਬਾਕੀ ਅਪਡੇਟਸ ਹੀ ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਅਪਲਾਈ ਕਰਨ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਣਾ। ਤੇ ਇੰਪੋਰਟੈਂਟ ਇਹਦੀਆਂ ਡੇਟਸ ਵੀ ਨੋਟ ਕਰ ਲਓ। ਡੇਟ ਆਫ ਅਵੇਲੇਬਿਲਿਟੀ ਮੈਂ ਦੱਸ ਦਿੱਤੀ ਹੈ, ਲਾਸਟ ਡੇਟ 14/12/2022 ਹੈ ਜੀ। ਫੀਸ ਭਰ ਸਕਦੇ ਹੋ ਤੁਸੀਂ 15/12/2022 ਤੱਕ। ਠੀਕ ਹੈ ਜੀ, ਤਾਂ ਇਹਦਾ ਪੇਪਰ ਵੀ ਜਲਦੀ ਹੋਣ ਦੀ ਜਿਹੜੀ ਉਮੀਦ ਹੈ। ਤੇ ਬਾਕੀ ਅਪਡੇਟਸ ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।